ਪੀਟੀਸੀ ਨਿਊਜ਼ ਦੇ ਇਸ ਖਾਸ ਪੇਸ਼ਕਸ਼ ਵਿੱਚ ਸਭ ਦਾ ਸਵਾਗਤ ਹੈ। ਮੈਂ ਹਾਂ ਜਸਮੀਤ ਸਿੰਘ। ਇਸ ਖਾਸ ਪੇਸ਼ਕਸ਼ ਰਾਹੀਂ ਅੱਜ ਅਸੀਂ ਜਿਹੜਾ ਹੈ ਤੁਹਾਨੂੰ ਉਹਨਾਂ ਪਰਿਵਾਰਾਂ ਦੇ ਦਰਦ ਤੋਂ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ 1984 ਦੇ ਵਿੱਚ ਆਪਣਿਆਂ ਨੂੰ ਗਵਾਇਆ। ਉਹਨਾਂ ਪਰਿਵਾਰਾਂ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਲਈ ਨਵੰਬਰ 1984 ਜਿਹੜੀ ਹੈ ਉਹ ਕਹਿਰ ਬਣ ਕੇ ਆਈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਸਾਡੀ ਖਾਸ ਪੇਸ਼ਕਸ਼ ਦਰਦ ਦੇ 35 ਸਾਲ। ਨਵੰਬਰ 1984 ਸਿੱਖ ਪਰਿਵਾਰਾਂ ਦੇ ਉੱਤੇ ਉਹ ਕਹਿਰ ਬਣ ਕੇ ਟੁੱਟਿਆ ਕਿ ਜਿਸ ਦਾ ਦਰਦ ਅਜੇ ਵੀ ਜਿਹੜਾ ਹੈ ਉਹ ਉਹਨਾਂ ਪਰਿਵਾਰਾਂ ਦੇ ਦਿਲਾਂ ਦੇ ਵਿੱਚ ਹੈ। ਉਹ ਪਰਿਵਾਰ ਸਾਡੇ ਨਾਲ ਮੌਜੂਦ ਨੇ। ਇੱਕ ਵਾਰ ਗੱਲ ਕਰਦੇ ਹਾਂ। ਸੁਰਜੀਤ ਸਿੰਘ ਜੀ ਨੇ ਜਿਨ੍ਹਾਂ ਦੇ ਪਰਿਵਾਰ ਨੂੰ ਜਿਹੜਾ ਕਤਲ ਕੀਤਾ ਗਿਆ। ਸੁਰਜੀਤ ਸਿੰਘ ਜੀ, ਕਿਹੜੀ ਤਰੀਕ ਸੀ, ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਸੀ, ਕੀ ਪੂਰਾ ਘਟਨਾਕ੍ਰਮ ਸੀ? ਮੇਰਾ ਨਾਮ ਸੁਰਜੀਤ ਸਿੰਘ ਹੈਗਾ। ਮੈਂ 1984 ਵਿੱਚ ਤਰਲੋਕਪੁਰੀ ਰਹਿੰਦਾ ਸੀ, ਜਮਨਾ ਪਾਰ। ਮੇਰੇ ਪਰਿਵਾਰ ਦੇ 7 ਲੋਕਾਂ ਨੂੰ ਮੇਰੇ ਸਾਹਮਣੇ ਜਿੰਦਾ ਜਲਾਇਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੋਲੀ ਲੱਗੀ ਸੀ। ਸਾਡੇ ਬਲੋਕ 'ਚ ਸਾਡਾ ਥੋੜ੍ਹਾ ਜਿਹਾ ਹੱਲਾ ਗੁੱਲਾ ਹੋ ਰਿਹਾ ਸੀ, ਬਈ ਕਿਸੇ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਹੈ, ਮਾਹੌਲ ਖਰਾਬ ਹੋ ਸਕਦਾ ਹੈ। 1 ਨਵੰਬਰ 1984 ਨੂੰ ਸਵੇਰੇ 10 ਵਜੇ ਕਰੀਬ 15 ਮਿੰਟ ਦੇ ਬਾਅਦ ਜਿਹੜੀ ਭੀੜ ਸਾਡੇ ਨਾਲ ਲੜ ਰਹੀ ਸੀ, ਉਸੀ ਭੀੜ ਨੂੰ ਸਾਰੇ ਹਥਿਆਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੇ ਦਿੱਤੇ ਔਰ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ, ਹੁਣ ਸਰਦਾਰ ਆਪਣੇ ਆਪਣੇ ਘਰ ਇਕੱਲੇ ਹੈਗੇ ਨੇ, ਤੁਸੀਂ ਇਹਨਾਂ ਨੂੰ ਮਾਰੋ ਕਾਟੋ, ਜੋ ਕਰਨਾ ਹੈ ਕਰ ਲਓ। ਇਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹੈ। ਔਰ ਤੁਸੀਂ ਮੰਨੋਗੇ ਅੱਧੇ ਘੰਟੇ ਬਾਅਦ ਇੱਕ ਘਰ ਦੇ ਉੱਤੇ ਸੈਂਕੜੋ ਬੰਦੇ ਟੁੱਟ ਕੇ ਪੈ ਗਏ, ਲਾਠੀਆਂ ਨਾਲ, ਤਰਵਾਲਾਂ ਨਾਲ, ਕਿਰਪਾਨਾਂ ਨਾਲ। ਦੇਖਦੇ ਸਾਡੇ ਏਰੀਏ 'ਚ ਮਤਲਬ ਲਾਸ਼ਾਂ ਦੇ ਢੇਰ ਲੱਗੇ, ਕਤਲੇਆਮ ਹੋ ਗਿਆ। ਕਿਸੇ ਦੀ ਗਰਦਨ ਕੱਟ ਰਹੇ ਨੇ, ਕਿਸੇ ਦਾ ਪੇਟ ਫਾੜ ਰਹੇ ਨੇ। ਇੱਕ ਬੰਦਾ ਕੀ ਕਰੇਗਾ ਨਿਹੱਤਾ? ਇੱਕ ਬੰਦੇ ਦੇ ਉੱਤੇ 100 ਬੰਦੇ ਵਾਰ ਕਰਨਗੇ ਤਾਂ ਇੱਕ ਬੰਦਾ ਕੁਝ ਨਹੀਂ ਕਰ ਸਕਦਾ। ਮੈਂ ਖੁਦ ਉੱਥੇ ਮੌਜੂਦ ਹੈਗਾ ਸੀ। ਮੈਂ 6th ਕਲਾਸ 'ਚ ਪੜ੍ਹਦਾ ਸੀ, ਮੇਰੀ 11 ਸਾਲ ਉਮਰ ਸੀ। ਮੈਂ ਸਾਰਾ ਕੁਝ ਦੇਖਿਆ ਹੈ। ਮੇਰੇ ਪਰਿਵਾਰ ਨੂੰ, ਮੇਰੇ ਪਿਤਾ ਜੀ ਨੂੰ, ਮੇਰੇ ਚਾਚਾ ਜੀ ਨੂੰ, ਮੇਰੇ ਮਾਮਿਆਂ ਨੂੰ, ਮੇਰੇ ਫੁੱਫੜ ਜੀ ਨੂੰ ਮੇਰੇ ਸਾਹਮਣੇ ਇਕੱਠਾ ਇਹਨਾਂ ਨੇ ਬੰਨ੍ਹ ਕੇ ਜਿੰਦਾ ਸਾੜਤਾ। 2 ਤਰੀਕ ਜਿਸ ਤਰ੍ਹਾਂ ਨਿਕਲੀ ਹੈ, 3 ਤਰੀਕ ਨੂੰ ਸਵੇਰੇ ਸਾਡੇ ਘਰ ਹੱਲਾ ਹੋ ਗਿਆ। 150-200 ਆਦਮੀ ਆ ਗਿਆ, ਇੱਕਦਮ ਅੰਦਰ ਵੜ ਗਿਆ ਔਰ ਮੈਂ ਦੇਖਦੀ ਰਹਿ ਗਈ ਕੀ ਹੋ ਰਿਹਾ ਹੈ। ਮੇਰਾ ਇੱਕ ਛੋਟਾ ਬੱਚਾ ਸੀ, ਮੈਂ ਉਹਨੂੰ ਚੁੱਕ ਕੇ ਛਾਤੀ ਨਾਲ ਲਗਾ ਕੇ ਖੜੀ ਰਹੀ ਔਰ ਮੈਨੇ ਇੰਨੀ ਦਹਿਸ਼ਤ ਹੋਈ ਬੜੀ, ਇਹ ਕੀ ਹੋ ਰਿਹਾ ਹੈ। ਫਿਰ ਅਸੀਂ ਉੱਥੇ ਹੀ ਆਪਣੇ ਸਾਡੇ ਨਾਲ ਵਾਲੇ ਘਰ ਵਿੱਚ ਇੱਕ ਪੰਡਤ ਹੈਗੇ ਸੀ, ਉਹਨਾਂ ਨੇ ਸਾਨੂੰ ਆਪਣੇ ਅੰਦਰ ਵਾੜ ਲਿਆ। ਕਹਿੰਦੇ ਨੇ ਇੱਥੇ ਆ ਜਾਓ ਭੈਣ ਜੀ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਮੈਂ ਉਹਨਾਂ ਦੇ ਅੰਦਰ ਵੜ ਗਈ, ਮੇਰਾ ਆਦਮੀ ਬਾਹਰ ਭੱਜਿਆ ਔਰ ਮਾਮਾ ਸੋਹਰਾ ਮੇਰਾ ਉਹ ਵੀ ਭੱਜੇ, ਉਹਨਾਂ ਦੇ ਪਿੱਛੇ 150-200 ਆਦਮੀ ਭੱਜਿਆ। ਉਹਨਾਂ ਨੇ ਫੜਿਆ, ਇੱਕ ਮੇਰਾ ਨੰਦੋਈ ਸੀ, ਉਹਦੇ ਪਿੱਛੇ ਭੱਜੇ ਸਾਰੇ, ਬੜੀ ਦੁਨੀਆ ਭੱਜੀ। ਤੇ ਮੈਂ ਦੇਖਦੀ ਰਹੀ। ਫਿਰ ਮੈਨੂੰ ਕਿਸੇ ਨੇ ਦੱਸਿਆ ਉੱਥੇ ਨਾ ਕਮਰੇ 'ਚ ਵੜ ਗਏ ਨੇ, ਉੱਥੇ ਦੀਵਾਰ ਤੋੜ ਕੇ ਇਹਨਾਂ ਨੇ ਅੱਗ ਸੁੱਟੀ ਹੈ, ਉੱਥੇ ਜਲਾ ਦਿੱਤਾ ਜਿੰਦਾ ਹੀ ਮੇਰੇ ਆਦਮੀ ਨੂੰ। ਮੈਂ ਰੋਣ ਲੱਗ ਗਈ, ਪਿੱਟਣ ਲੱਗ ਪਈ। ਉਸ ਟਾਈਮ ਕੋਈ ਸਹਾਰਾ ਨਹੀਂ ਸੀ ਮੇਰੇ ਕੋਲ। ਮੈਂ ਕੀ ਦੱਸਾਂ, ਹਰ ਵਾਰੀ ਇਹੀ ਪੁੱਛਦੇ ਨੇ ਕੀ ਹੋਇਆ। ਅੱਜ ਤੱਕ ਕੁਝ ਨਹੀਂ ਹੋਇਆ, ਸਾਡੇ ਨਾਲ ਕੁਝ ਨਹੀਂ ਹੋਇਆ। ਨਾ ਸਾਨੂੰ ਇਨਸਾਫ ਮਿਲਿਆ, ਨਾ ਸਾਡੇ ਬੱਚਿਆਂ ਨੂੰ ਨੌਕਰੀ ਮਿਲੀ। ਅਸੀਂ ਆਪ ਧੱਕੇ ਖਾ ਕੇ ਮਿਹਨਤ ਕਰਕੇ ਘਰ ਗੁਜ਼ਾਰਾ ਕਰਦੇ ਪਏ ਹਾਂ। ਕੋਈ ਸਾਡੇ ਵੱਲ ਪੁੱਛਦਾ ਨਹੀਂ, ਨਾ ਰਿਸ਼ਤੇਦਾਰ ਨਾ ਕੋਈ।
के घर में छिप गए थे, पर हमें बचाया भी उन्होंने, फिर मराया भी उन्होंने, ऐसे मारा हमें। आपने देखा वो सारा कुछ, क्या कुछ देखा हाँ, आपने? देखा हमने। क्या क्या कुछ देखा था? हमने देखा उन्होंने लट्ठियों से मारा, चक्कू से मारा, हमारे सामने मार के खींच के लेके गए, फिर आधा जला आधा नहीं जला था, वो भी हमने देखा था। हाँ, आधा जला आधा नहीं जला, फिर वही हमें पड़ोसी पर लेके गए, कहते आपकी पति की लाश आधी जली हुई आधी नहीं जली हुई। हाँ, ठाकुर सिंह जी की। हाँ हाँ, हमारे एक करामात था, एक बेदी था, एक ओम प्रकाश था। मारने वाले 3 बंदे थे और साथ में काफ़ी बहुत भीड़ थी, और जो 3 थे उनको तीनों को मैंने फिर सजा दिलवाई थी। हाँ, तीनों को सजाई। फिर क्या क्या सजा हुई? कब तक आपने केस लड़ा? केस मैंने लड़ाई नहीं, मेरे पास सामान आया था, बस एक बार मैं गई थी, मेरे से बहस हुई, पर उस टाइम पर मुझे क्या हुआ, जो मैं सच थी मैं सच बोलती रही। उस टाइम पर उन्होंने फिर पकड़ के उनको सजा दिलवाई, उम्र कैद की सजा दिलवाई। फिर ਕਈ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ 1984 ਦੇ ਵਿੱਚ। ਬੀਬੀ ਮੱਖਣ ਕੌਰ ਸਾਡੇ ਨਾਲ ਨੇ, ਜੋ ਉਸ ਵੇਲੇ ਤਿਰਲੋਕਪੁਰੀ ਵਿੱਚ ਰਹਿੰਦੇ ਸਨ ਔਰ ਇਸ ਵੇਲੇ ਜਿਹੜਾ ਤਿਲਕ ਵਿਹਾਰ ਦੇ ਵਿੱਚ ਰਹਿ ਰਹੇ ਨੇ। ਤੁਸੀਂ ਤਿਰਲੋਕਪੁਰੀ ਕਿਸ ਜਗ੍ਹਾ ਰਹਿੰਦੇ ਸੀ? ਕੀ ਪੂਰੀ ਘਟਨਾ ਹੋਈ ਸੀ? ਅਸੀਂ 32 ਬਲੋਕ ਵਿੱਚ ਰਹਿੰਦੇ ਸੀ, ਤੇ ਜਿਵੇਂ 31 ਤਰੀਕ ਹੈ ਅੱਜ ਵਾਲੇ ਦਿਨ ਹੁੱਲਾ ਗੁੱਲਾ ਪੈ ਗਿਆ ਵੀ ਇੰਦਰਾ ਗਾਂਧੀ ਨੂੰ ਇਹ ਹੋ ਗਿਆ ਗੋਲੀ ਲੱਗ ਗਈ, ਇਹ ਉਹ ਕਰੀਏ। ਰਾਤ ਨੂੰ ਸਪੇਅਰ ਹੋ ਗਈ, ਤਾਂ ਸਵੇਰੇ 4 ਵਜੇ ਸਾਨੂੰ ਪਤਾ ਲੱਗ ਗਿਆ कि भाई गड्डियां साड़ रहे हैं, बंदे मार रहे हैं, शकरपुर लक्ष्मी नगर इधर उधर। तो असी सोचा अपने अपने घरां विच बैठिए, अपने अपने असी घरां विच बैठे सी, सानू पता ही नहीं। गड्डियां भर भर के मुसलमान हिंदू झुग्गी झोंपड़ियां वाले इकट्ठ हो के ते कलोनी नू घेर लिया, ते सादे बंदे मार दिते, घर गड्डियां साड़ दित्तियां, और उस उजाड़ जिवें समान समून ਜਿਹੜਾ ਉਹ ਚੱਕ ਲੈ ਗਏ। घर ਦੇ ਜਿਹੜੇ ਗੈਸਟ ਆਏ ਹੋਏ ਮਹਿਮਾਨ ਆਏ ਹੋਏ ਸੀ ਉਹਨਾਂ ਨੂੰ ਵੀ ਮਾਰ ਦਿੱਤਾ। ਅਸੀਂ ਮਾਰ ਰਹੇ ਸੀ, ਪਤਾ ਹੀ ਨਹੀਂ, ਜਿਵੇਂ ਮਤਲਬ ਤਲਵਾਰਾਂ ਨਾਲ ਔਰ ਪੈਟਰੋਲ ਤੇ ਲੇੜ ਕੇ ਔਰ ਜਲਾ ਕੇ ਉਹ ਅੱਗ ਅੱਧਾ ਸਾੜ ਦਿੱਤਾ, ਅੱਧਾ ਨਹੀਂ ਸਾੜਿਆ। ਉਹਦੇ ਵਿੱਚ ਮੇਰਾ ਬੰਦਾ ਜੀਤ ਸਿੰਘ ਸੀ, ਉਹ ਮੇਰਾ ਨਨਾਣ ਭਈਆ ਲੱਛੂ ਸੀ, लक्ष्म, और मेरा एक तुलसा सिंह चाचा सी, और ये मेरा परिवार है मनशा सिंह, उनके परिवार का कृपाल सिंह सी, और बच्चे दर्शन सिंह सी। मतलब की दसा तुहानू, मासी दे मुंडे सी, किन्ने ही परिवार दे इन्ने मारे कि सानू तो सादा तो होश ही हो गया कि असी अपने बच्चों नू देखिए जां घर नू देखिए, जां फिर असी देखिए बई कौन मार रहा कि कौन नहीं मार रहा। पता नहीं लग रहा सी सानू भी ये की हो रहा की नहीं हो रहा। असी तो कुछ किया ही नहीं, ना उन्होंने एक वट्टा मारिया ना की। असी तो अपने घर बैठे सी, घर ही आ गए। सारे सरदारां नू पता है कलोनियां कित्थे कित्थे वसियां होइयां सी दिल्ली विच, सारे सिख भाई मार दिते, कोई किसी नू इंसाफ नहीं मिलिया। ये कोई इंसाफ की गल जरूरी होनी चाहिए, इंसाफ जरूर मिलना चाहिए, किसी नू फांसी होए, किसी नू सजा होए। ਕਈਆਂ ਨੇ ਆਪਣੇ ਜਿਹੜੇ ਨੇ ਪਰਿਵਾਰਕ ਮੈਂਬਰਾਂ ਨੂੰ ਗਵਾਇਆ, ਹਜੇ ਤੱਕ ਇਨਸਾਫ ਦੀ ਜਿਹੜੀ ਆ ਉਡੀਕ ਹੈ। ਸਾਡੇ ਨਾਲ ਆਤਮਾ ਸਿੰਘ ਲੁਬਾਣਾ ਜੀ ਨੇ 1984 ਪੀੜਿਤ ਨੇ ਔਰ 1984 ਪੀੜਤਾਂ ਦੀ ਜਿਹੜੀ ਆ ਉਹ ਅਗਵਾਈ ਵੀ ਕਰ ਰਹੇ ਨੇ। ਲੁਬਾਣਾ ਜੀ, 31 ਅਕਤੂਬਰ ਤੋਂ ਬਾਅਦ ਕੀ ਕੁਛ ਮੰਜ਼ਰ ਸੀ, ਕੀ ਜਿਹੜਾ ਪੂਰਾ ਦਿਖਾਂਤ ਰਿਹਾ? ਹਾਲਾਂਕਿ ਹਰ ਸਾਲ ਇਹ ਤਰੀਕ ਆਉਂਦੀ ਹੈ, ਕਿ ਕਿਸ ਤਰ੍ਹਾਂ ਦਾ ਰਹਿੰਦਾ? ਦੇਖੋ ਜੀ, ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਔਰ ਸਿੱਖਾਂ ਨੇ ਵੀ ਉਹਦਾ ਦੁੱਖ ਮਨਾਇਆ ਸੀਗਾ ਕਿ ਇਹ ਮਾੜਾ, ਬਹੁਤ ਮਾੜਾ ਹੋਇਆ ਹੈਗਾ। ਲੇਕਿਨ ਸਾਨੂੰ ਇਹ ਪਤਾ ਨਹੀਂ ਸੀਗਾ ਕਿ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਬਾਅਦ ਇਹ ਜਿਹੜੇ ਹੈ ਸਿੱਖਾਂ ਦਾ ਇਸ ਤਰ੍ਹਾਂ ਮਰਡਰ ਕਰਾਉਣਗੇ। ਮਰਡਰ ਇਹਨਾਂ ਨੇ ਪੂਰਾ ਕਤਲੇਆਮ ਕਰਵਾਇਆ। ਇਹਨਾਂ ਨੇ 31 ਤਰੀਕ ਤੋਂ ਹੀ ਪਲਾਨਿੰਗ ਕਰ ਲਈ। ਜਦੋਂ ਤੱਕ ਰਾਜੀਵ ਗਾਂਧੀ ਬਾਹਰੋਂ ਆਇਆ, ਉਹਨੂੰ ਸ਼ਪਥ ਲਈ, ਉਸ ਤੋਂ ਬਾਅਦ ਉਹਨਾਂ ਨੇ ਪੂਰਾ ਪਲਾਨ ਕੀਤਾ। ਹਰ ਜਗ੍ਹਾ ਉਹਨਾਂ ਦੇ ਐਮਪੀਆਂ ਨੇ ਮੀਟਿੰਗ ਕਰਕੇ ਔਰ ਮੌਬ ਨੂੰ, ਆਪਣੇ ਕਾਰਜਕਰਤਾਵਾਂ ਨੂੰ ਦੱਸ ਕੇ ਦੰਗਾ ਫਸਾਦ ਕਰਨ ਦੀ ਪੂਰੀ ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਪੁਲਿਸ ਜਿਹੜੀ ਹੈ ਸਪੋਰਟ ਕਰੇਗੀ ਔਰ ਤੁਹਾਨੂੰ ਕਿਸੇ ਚੀਜ਼ ਦੀ ਘਬਰਾਹਟ ਦੀ ਲੋੜ ਨਹੀਂ ਹੈਗੀ ਹੈ। ਤਾਂ ਇੱਕ ਵੀ ਸਿੱਖ ਬਚਣਾ ਨਹੀਂ ਚਾਹੀਏ। ਇਹਨਾਂ ਨੇ ਸਾਡੀ ਮਾਤਾ ਨੂੰ ਮਾਰਿਆ ਹੈਗਾ, ਇੰਦਰਾ ਗਾਂਧੀ ਨੂੰ। ਇਹ ਕੋਈ ਵੀ ਸਿੱਖ ਦਾ ਬੱਚਾ ਇੱਕ ਵੀ ਨਹੀਂ ਬਚਣਾ ਚਾਹੀਦਾ। ਔਰ ਇਹਨਾਂ ਨੇ ਪੂਰੇ ਜ਼ੋਰ ਸ਼ੋਰ ਨਾਲ ਸਿੱਖਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈਗੀ। 1, 2 ਔਰ 3 ਨਵੰਬਰ ਤੱਕ ਇਹਨਾਂ ਨੇ ਇੱਥੇ ਦਿੱਲੀ 'ਚ ਲਾਸ਼ਾਂ ਦੇ ਢੇਰ ਸੀ ਔਰ ਹਿੰਦੁਸਤਾਨ ਦੇ 17 ਸਟੇਟਾਂ ਵਿੱਚ, ਉਹਦੇ ਵਿੱਚ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਤਮਿਲਨਾਡੂ, ਗੁਜਰਾਤ, ਉਹ ਸਾਰਿਆਂ ਦੇ ਵਿੱਚ ਇਹਨਾਂ ਨੇ 17 ਸਟੇਟਾਂ ਵਿੱਚ ਇਹਨਾਂ ਨੇ ਦਿੱਤਾ ਹੈਗਾ। ਲੇਕਿਨ ਅੱਜ ਤੱਕ ਸਾਨੂੰ ਇਹਨਾਂ ਨੇ ਨਿਆਂ ਨਹੀਂ ਦਿੱਤਾ।
ਇੰਨਾ ਲੰਬਾ ਸਮਾਂ ਬੀਤਣ ਤੋਂ ਬਾਅਦ, ਕਿਉਂਕਿ ਇਹਨਾਂ ਨੇ ਕਦੀ ਹਾਈ ਕੋਰਟ ਤੋਂ ਸਟੇ ਲਿਆਂਦੇ ਨੇ, ਕਦੀ ਕਿੱਥੋਂ ਸੁਪਰੀਮ ਕੋਰਟ ਤੋਂ ਸਟੇ ਲਿਆਂਦੇ ਨੇ, ਕੇਸ ਨੂੰ ਚੱਲਣ ਹੀ ਨਹੀਂ ਦਿੰਦੇ। ਲੇਕਿਨ ਉਹ ਸਾਰੀ ਖਤਮ ਚੀਜ਼ਾਂ ਹਾਈ ਕੋਰਟ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਟੇ ਦੇਣ ਤੋਂ ਹੁਣ ਮਨਾ ਕੀਤਾ ਤੇ ਹੁਣ ਇਹ ਪਿਛਲੇ 2 ਸਾਲ ਤੋਂ ਇਹ ਕੇਸ ਚੱਲ ਰਿਹਾ ਹੈਗਾ। ਔਰ ਸਾਨੂੰ ਉਮੀਦ ਹੈਗੀ ਕਿ ਇਸ ਕੇਸ ਵਿੱਚ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਏਗੀ। ਦੂਸਰਾ ਕੇਸ ਟਾਈਟਲਰ ਦੇ ਖਿਲਾਫ ਰਾਉਜ਼ ਐਵਨਿਊ ਕੋਰਟ ਵਿੱਚ ਚੱਲ ਰਿਹਾ ਹੈਗਾ, ਉਹਨੂੰ ਵੀ CBI ਜਿਹੜੀ ਹੈ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਉਸ ਕੇਸ 'ਚ CBI ਨੂੰ ਡਾਇਰੈਕਸ਼ਨ ਦਿੱਤੀ ਜਾਏ ਜੋ ਸੱਚ ਹੈ। ਸੱਚ ਕਹਿਣ 'ਚ ਕੀ ਦਿੱਕਤ ਹੈ? ਉਹਦੇ ਖਿਲਾਫ ਮੁਕੱਦਮਾ ਦਰਜ ਹੈ, ਜਿਹੜੇ ਵਿਟਨੈਸ ਨੇ ਬਿਆਨ ਦਿੱਤੇ ਨੇ ਉਹ ਮੁਕੱਦਮਾ ਦਰਜ ਕਰਕੇ ਚਾਰਜ ਸ਼ੀਟ ਦਾਖਲ ਕੀਤੀ ਜਾਏ ਔਰ 84 ਦਾ ਕੇਸ ਚਲਾਇਆ ਜਾਏ। 1984 ਦੇ ਪੀੜਤ ਪਰਿਵਾਰਾਂ ਨੂੰ ਹਜੇ ਵੀ ਇਨਸਾਫ ਦੀ ਜਿਹੜੀ ਹੈ ਉਹ ਉਡੀਕ ਹੈ। ਇਸੇ ਉਡੀਕ ਦੇ ਵਿੱਚ ਉਹ ਲੰਬਾ ਸਮਾਂ ਸੰਘਰਸ਼ ਲੜ ਰਹੇ ਨੇ ਅਦਾਲਤਾਂ ਦੇ ਵਿੱਚ, ਸਰਕਾਰਾਂ ਦੇ ਅੱਗੇ। ਪਰ ਇਸ ਸਭ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ 84 ਪੀੜਤ ਪਰਿਵਾਰਾਂ ਦੀ ਜਿਹੜੀ ਹੈ ਉਹ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਲਈ 84 ਦੇ ਸ਼ਹੀਦਾਂ ਨੂੰ ਲੈ ਕੇ ਇੱਕ ਮੈਮੋਰੀਅਲ ਜਿਹੜਾ ਬਣਾਇਆ ਸੀ। ਇਸ ਮੈਮੋਰੀਅਲ ਦੇ ਵਿੱਚ ਬਕਾਇਦਾ ਕਤਲ ਕੀਤੇ ਗਏ ਲੋਕਾਂ ਦਾ ਨਾਮ, ਐਡਰੈਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੀਵਾਰ ਦੇ ਉੱਤੇ ਉਹ ਲਗਾਈਆਂ ਗਈਆਂ ਨੇ। ਕੇਵਲ ਦਿੱਲੀ ਨਹੀਂ, ਦਿੱਲੀ ਤੋਂ ਇਲਾਵਾ ਜੇਕਰ ਗੱਲ ਕਰੀਏ ਅੰਬਾਲਾ, ਕਾਨਪੁਰ, ਬਖਾਰੋ, ਇਹਨਾਂ तमाम ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਿੱਖਾਂ ਦਾ ਕਤਲੇਆਮ ਹੋਇਆ ਉਹਨਾਂ ਦੀ ਪਛਾਣ ਕੀਤੀ ਗਈ, ਉਹਨਾਂ ਦੇ ਨਾਮ ਜਿਹੜੇ ਨੇ ਉਹ ਇਸ ਸੱਚ ਦੀ ਦੀਵਾਰ ਦੇ ਉੱਤੇ ਜਿਹੜਾ ਹੈ ਉਹ ਲਗਾਏ ਗਏ ਨੇ ਤਾਂ ਜੋ ਇਹਨਾਂ ਸ਼ਹੀਦਾਂ ਨੂੰ ਜਿਹੜਾ ਹੈ ਉਹ ਯਾਦ ਰੱਖਿਆ ਜਾ ਸਕੇ ਔਰ ਸਰਕਾਰਾਂ ਨੂੰ ਦੱਸਿਆ ਜਾ ਸਕੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਦਾ ਕਤਲੇਆਮ ਹੋਇਆ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਬਕਾਇਦਾ ਇਹ ਮੈਮੋਰੀਅਲ ਜਿਹੜਾ ਹੈ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਜੋ ਕਿ ਪਾਰਲੀਮੈਂਟ ਦੇ ਬਿਲਕੁਲ ਸਾਹਮਣੇ ਹੈ ਉਸ ਜਗ੍ਹਾ ਦੇ ਉੱਤੇ ਬਣਾਇਆ ਗਿਆ। ਇਹ ਜਿਹੜਾ ਹੈ ਇਨਸਾਫ ਦਾ ਤਰਾਜ਼ੂ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਇੱਥੇ ਸਿੰਬਲ ਬਣਾਇਆ ਗਿਆ ਤਾਂ ਜੋ ਸਮਾਨਤਾ ਦਾ ਅਧਿਕਾਰ ਜਿਹੜਾ ਹੈ ਉਹ ਲੋਕਾਂ ਤੱਕ ਦੱਸਿਆ ਜਾ ਸਕੇ ਕਿ ਇਸ ਦੇਸ਼ ਦੇ ਵਿੱਚ ਇਕੁਐਲਿਟੀ ਦਾ ਜਿਹੜਾ ਕਾਨੂੰਨ ਹੈ, ਪਰ ਇਕੁਐਲਿਟੀ ਦਾ ਕਾਨੂੰਨ ਜਿਹੜਾ ਹੈ ਉਹ 1984 ਦੇ ਪੀੜਿਤ ਪਰਿਵਾਰਾਂ ਦੇ ਅੱਗੇ ਆ ਕੇ, ਉਹਨਾਂ ਕਤਲ ਕੀਤੇ ਗਏ ਲੋਕਾਂ ਦੇ ਅੱਗੇ ਆ ਕੇ ਇਹ ਵੀ ਜਿਹੜਾ ਹੈ ਉਹ ਪੂਰਾ ਨਹੀਂ ਬੈਠ ਰਿਹਾ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ। ਇਹਨਾਂ ਮੈਮੋਰੀਅਲਸ ਦੇ ਉੱਤੇ ਹਜ਼ਾਰਾਂ ਲੋਕ ਆਉਂਦੇ ਨੇ, ਜਾਣੂ ਹੁੰਦੇ ਨੇ, ਚਾਹੇ ਉਹ ਦੇਸ਼ ਦੇ ਹੋਣ ਚਾਹੇ ਵਿਦੇਸ਼ੀ ਹੋਣ, ਉਹਨਾਂ ਤੱਕ ਇਹ ਜਾਣਕਾਰੀ ਜਿਹੜੀ ਆ ਪਹੁੰਚਦੀ ਹੈ ਕਿ ਇੰਨੇ ਲੋਕਾਂ ਨੂੰ ਜਿਹੜਾ ਹੈ ਉਹ ਦਿੱਲੀ ਦੀਆਂ ਸੜਕਾਂ ਦੇ ਵਿੱਚ, ਦੇਸ਼ ਦੀਆਂ ਵੱਖ-ਵੱਖ ਸੜਕਾਂ ਦੇ ਉੱਤੇ ਜਿਹੜਾ ਹੈ ਉਹ ਕਤਲ ਕੀਤਾ ਗਿਆ। ਇਸ ਖਾਸ ਪੇਸ਼ਕਸ਼ ਵਿੱਚ ਵੇਲਾ ਹੈ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਖਾਸ ਪੇਸ਼ਕਸ਼ ਜਾਰੀ ਹੈ। ਇਹ ਜੇ ਇੱਕ ਪੀੜਤ ਸਾਡੇ ਨਾਲ ਮੌਜੂਦ ਨੇ ਬੀਬੀ ਜਗਦੀਸ਼ ਕੌਰ, ਜਿਨ੍ਹਾਂ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਵਿੱਚ ਆਪਣੇ ਪਰਿਵਾਰ ਦੇ 5 ਜੀ ਗਵਾਏ ਸਨ। ਬੀਬੀ ਜੀ 35 ਸਾਲ ਬੀਤ ਚੁੱਕੇ ਇਸ ਦਰਦਨਾਕ ਹਾਦਸੇ ਨੂੰ, ਇਸ ਦੁਖਾਂਤ ਨੂੰ, ਪਰ ਬਿਨਾਂ ਸ਼ੱਕ ਉਹ ਜੋ ਦਰਦਨਾਕ ਦ੍ਰਿਸ਼ ਤੁਸੀਂ ਦੇਖਿਆ ਉਹ ਹਜੇ ਵੀ ਤੁਹਾਡੀਆਂ ਅੱਖਾਂ 'ਚ ਉਸੇ ਤਰ੍ਹਾਂ ਮੌਜੂਦ ਹੋਊਗਾ। ਨਹੀਂ, ਮੈਂ ਤਾਂ ਅੱਜ ਤੱਕ ਲੰਮੇ ਪੈ ਕੇ ਨਹੀਂ ਸੁੱਤੀ ਕਦੀ, ਅਜੇ ਬੈਠੀ ਰਹਿੰਦੀ, ਪਰਮਾਤਮਾ ਦਾ ਆਰਾਧਨਾ ਕਰਦੀ ਰਹਿੰਦੀ ਤੇ ਬਸ ਇਹੀ ਕਹਿੰਦੀ ਵੀ ਸਾਨੂੰ ਸਜ਼ਾਏ ਮੌਤ ਜਿਹੜੀ ਦਿੱਤੀ ਗਈ ਹੈ ਉਹ ਕਿਸ ਕਸੂਰ, ਅਜੇ ਵੀ ਮੈਨੂੰ ਇਹੀ ਹੈ ਵੀ ਦੱਸੇ ਤੇ ਕੋਈ ਸਹੀ ਵੀ ਜਿਹੜੀ ਸਜ਼ਾਏ ਮੌਤ ਦਿੱਤੀ ਸੀ ਉਹ ਸਾਨੂੰ ਕਿਸ ਕਸੂਰ ਦੇ ਦਿੱਤੀ ਸੀ, ਹੈ ਨਾ। ਕੋਈ 12 ਵਜੇ ਦਾ ਟਾਈਮ ਹੋਇਆ ਵਾ ਤੇ ਇੱਥੇ ਸਾਡੇ ਪਾਸੇ ਵੀ ਅੱਗਾਂ ਲੱਗਣ ਲੱਗ ਪਈ ਪਿੱਛੇ ਢਿੱਲੋਂ ਸਾਹਿਬ ਦੀ ਕੋਠੀ ਘਰ 'ਚ ਉਸ ਵੇਲੇ ਕੌਣ ਕੌਣ ਮੌਜੂਦ ਸੀ? ਮੇਰੇ ਘਰ ਵਿੱਚ ਮੇਰਾ ਬੇਟਾ, ਮੇਰਾ ਪਤੀ, 3 ਬੇਟੀਆਂ, ਇੱਕ ਛੋਟਾ ਬੇਟਾ ਸੀ ਤੇ ਮੈਂ, 6 ਜਣੇ ਘਰ ਵਿੱਚ ਸੀ। ਜਿਉਂ ਹੀ ਆਵਾਜ਼ ਪਿੱਛੋਂ ਸੁਣੀ, पीछे आग लाई कोठी में, मारो इन गद्दारों को मारो, अतवादियों को मारो, इन नागों को मारो, इन सिखों को मारो, ये कोई जिंदा साला नहीं छोड़ेंगे बड़े। तो वो मुंडा मैनू कह लगा भी मम्मी आ भैनों नूं पंतां दे घर भजा दे, हुण साडे घर दी वारी है। मैं बस कुड़ियां नूं भजाया है इन्हां दे घर आई तो छोटा मुंडा भी सी, उन्हें मैनू चेता कहा भी इन्हूं भजा दे, छोटा वा डरेगा। बस उन्होंने मैं भजा के आई हाँ जे, तो आउंदियां नूं बारी चारों तरफ आण के लीडर खड़े हो गए कोठी के सामने, उन्होंने निशानदेही की ते पिछों अगों फिर तोड़ के पता नहीं लगा कि आके अगों पिछों ना इस तरह हमला किया जिदा बहुत हमला भी इदा करते पहले गलियां दे अगे लीडर खलोंदे फिर कि जे भज जाए तो असीं अगों मार देंगे। पर फिर पता नहीं लगा, ठा ठा दियां आवाज़ां आईयां, फिर मुंडा थोड़ा जिहा सट्टा खा के थोड़ा जहा भज के अगे गया तो अगे लीडर खलोते सी, इन्हां तेल पा के अग ला दी। मेरे हसबैंड तो इस तरह ड्राइंग रूम च मार के मतलब जानो जिदा नदी वगदी आ खून थी। वड्डे भरा ने तो मेरे सामने कोठे तो छाल मार दी, अंदरपाल ने, तो छोटिया ने
ਪਿਛਲੀ ਗਲੀ 'ਚ ਛਾਲਾਂ ਮਾਰ ਦਿੱਤੀ। ਪਰ ਜਿਉਂ ਹੀ ਛਾਲ ਮਾਰੀ ਤੇ ਸਾਰੇ ਆਂਢੀ ਗੁਆਂਢੀਆਂ ਭਾਗ ਮਾਲ ਕਈ ਮਰ ਵੀ ਗਏ। ਮੈਂ ਲਿਖਾਏ ਸੀ ਆ ਗਰਦਾਰੀ। ਇਹਨਾਂ ਸਾਰੇ ਇਕੱਠੇ ਹੋ ਕੇ ਉਹਨੂੰ 4 ਡਾਂਗਾਂ ਮਾਰੀਆਂ ਤੇ ਮੇਰੇ ਸਾਹਮਣੇ ਉਹਨੂੰ ਅੱਗ ਲਾ ਕੇ ਉੱਥੇ ਢੇਰੀ ਕਰਤਾ। ਬਹੁਤ ਬੁਰੀ ਤਰ੍ਹਾਂ ਲੜ ਕੇ ਕੋਈ ਜਿੱਦਾਂ ਕੋਈ ਪਿੰਨ ਜਿਹਾ ਕਾਲਾ ਜਿਹਾ ਹੁੰਦਾ ਉਹ ਪਿਆ ਸੀ ਜਿੱਦਾਂ। 2 ਭਰਾ ਪਰਾਂ ਨੂੰ ਦੱਸੇ ਨੇ ਪੁਲੀ ਤੇ ਉੱਥੇ ਉਹਨੇ ਭਾਗ ਮਾਲ ਨੇ ਗੋਲੀ ਮਾਰ ਕੇ ਉੱਥੇ ਅੱਗ ਲਾ ਦਿੱਤੀ। ਬਸ ਪੰਜੇ ਹੀ ਖਤਮ ਹੋ ਗਏ। ਸੱਜਣ ਕੁਮਾਰ ਸਮੇਤ 2-3 ਜਣਿਆਂ ਨੂੰ ਹੋਰ ਸਜ਼ਾ ਹੋਈ ਹੈ। ਹੁਣ ਤੁਹਾਨੂੰ ਕੋਈ ਇਨਸਾਫ ਦੀ ਆਸ ਬਚੀ? ਨਹੀਂ ਵੇਖੋ ਉਹ ਮੈਂ ਹੀ ਲਿਖਾਏ ਨੇ। ਇੱਕ ਕੈਪਟਨ ਸੀ ਜਿਨ੍ਹਾਂ ਨੂੰ ਮੈਂ 84 ਤੋਂ ਲਿਖਾਉਂਦੀ ਆਈ ਹਾਂ। ਇੱਕ ਬਲਵਾਨ ਖੋਖਰ ਸੀ, ਉਹ ਹੈਗਾ ਸੀ ਉਹ ਤੋਂ ਤਾਂ ਕਾਉਂਸਲਰ ਤੇ ਨਾਇਬ ਪ੍ਰਧਾਨ ਸੀ ਕਾਂਗਰਸ ਆਈ ਦਾ, ਇਹ ਆਪਣੇ ਹੋਈਆਂ। ਇੱਕ ਸੱਜਣ ਕੁਮਾਰ ਸੀ, ਮੈਂ ਤਾਂ ਉਦੋਂ ਤੋਂ ਲਿਖਾਏ ਸੀ। ਤੇ ਇੱਕ ਆਪਣਾ ਹੈਗਾ ਵਾ MLA, ਉਹ ਮੇਰੇ ਪਾਸੇ ਦੇ ਪੰਜੇ ਜਿਹੜੇ ਆ। ਇਹ ਕੇਸ ਮੈਂ 84 ਤੋਂ ਲੰਡੇ ਸੀ ਕਿਉਂਕਿ ਇਹ ਤੇ ਕਮਿਸ਼ਨਾਂ ਦੇ ਐਫੀਡੇਵਿਟ ਜੋ ਵੀ ਸਿੱਟ ਨੇ ਕੀ ਲੱਭਣਾ ਸੀ। ਮੈਂ ਤਾਂ ਸਾਹਮਣੇ ਸੀ ਆਪਣੀ ਤਸਵੀਰ ਵਾਂਗੂ ਅਗਵਾਈਆਂ ਵੀ ਦੇਣ ਲਈ ਤੇ ਸਬੂਤ ਵੀ ਲਾਏ ਸੀ। ਮੇਰੀ ਤਾਂ ਫਾਈਲ ਓਪਨ ਸੀ। ਉਹ ਤਾਂ ਫਿਰ ਬਾਅਦ 'ਚ ਹੁਣ ਹੋਰ ਕੇਸ ਜਿਹੜੇ ਲੱਭਣ ਦੇ ਵੇਖੋ ਚੱਲਦੇ ਆ ਨਹੀਂ ਚੱਲਦੇ ਆ। ਬੜਾ ਰਾਜਨੀਤਿਕ ਦਬਾਅ ਬੜਾ ਰਿਹਾ ਹੁਣ ਤੱਕ, ਇਨਸਾਫ ਜਿੰਦੇ ਕਰਕੇ ਨਹੀਂ ਮਿਲਿਆ। ਹੁਣ ਕਿਤੇ ਇਨਸਾਫ ਦੀ ਆਸ ਹੈਗੀ? ਵੇਖੋ ਇਨਸਾਫ ਤੇ ਹੋਣੇ ਆ। ਮੈਂ ਅੱਗੇ ਵੀ ਉਸ ਇਲਾਕਾਂ ਪਿੱਛੇ ਚਲੇ ਗਏ ਨੇ, ਜੇ ਬਾਕੀ ਤੇ ਮਰ ਗਏ ਨੇ। ਬਹੁਤ ਸਾਰੇ ਲਿਖਾਏ ਸੀ, ਬਾਕੀ ਤੇ ਮਾਰੀ ਗਏ। ਜਿਹੜੇ ਜੀਂਦੇ ਨੇ ਉਸ ਇਲਾਕਾਂ ਪਿੱਛੇ ਸਾਰੀ ਉਮਰ ਰਹਿਣਗੇ। ਹੁਣ ਅਜੇ ਵੀ ਕੋਈ ਲੋਕ ਬਾਹਰ ਨੇ ਜਿਹੜੇ ਜਿਉਂਦੇ ਨੇ, ਜਿਵੇਂ ਕਮਲਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ। ਨਹੀਂ ਉਹਦੀ ਵੇਖੋ ਆਸ ਹੈਗੀ ਆ। ਹੁਣ ਸੰਜੇ ਸੂਰੀ ਤਿਆਰ ਆ ਵੀ ਮੈਂ ਅਗਵਾਈ ਦਊਂਗਾ। ਮੇਰੇ ਇੱਥੇ ਲਾਈਵ ਹੁੰਦਾ ਸੀ ਤੇ ਉਧਰੋਂ ਸੰਜੇ ਸੂਰੀ ਇੰਗਲੈਂਡ ਤੋਂ ਬੋਲਦਾ ਸੀ, CNN ਨੂੰ ਆਇਆ ਸੀ ਤੇ ਮੇਰੀ ਇੱਥੋਂ ਲਾਈਵ ਕਰੋ। ਜੇ ਉਹ ਆਣ ਕੇ ਗਵਾਹੀ ਦੇ ਦਿੰਦਾ, ਉਹਨੇ ਫੋਟੋ ਖਿੱਚੀ ਆ ਉਦੋਂ ਬੜਾ ਇਹਦੀ ਕਮਲਨਾਥ ਦੀ ਅੱਗ ਲਾਉਂਦਿਆਂ ਦੀ ਮਾਰਨ ਡਿਆ ਉਹਨੇ ਫੋਟੋ ਖਿੱਚੀ। ਉਹਨੇ ਗਵਾਹੀ ਵੀ ਦਿੱਤੀ, ਉਹਨੇ ਐਫੀਡੇਵਿਟ ਵੀ ਦਿੱਤਾ ਨਾਨਾਵਤੀ ਦੇ ਰੰਗਾਨਾਥ ਦੇ। ਫਿਰ ਇਹ ਹਾਜ਼ਰ ਵੀ ਹੋਇਆ ਸੀ। ਇਹਨੇ ਜਿਹੜਾ ਝੂਠ ਮਾਰਿਆ, ਪਰ ਉਹ ਲੋਕ ਕਿੱਦਾਂ ਸਕਦਾ? ਸਭ ਤੋਂ ਮੋਹਰੇ ਤੇ ਇਹ ਅੱਗਾਂ ਲੱਗਣ ਡਈਆਂ ਜਦੋਂ ਖਲੋਤਾ। ਨਵੰਬਰ 1984 ਜਦੋਂ ਦਿੱਲੀ ਦੀਆਂ ਸੜਕਾਂ ਤੇ ਬੇਗੁਨਾਹ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ, ਇਸ ਸਭ ਦੇ ਵਿੱਚ ਕਈ ਜਿਹੜੇ ਪਰਿਵਾਰ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ। ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ, ਉਸੇ ਦੁਖਾਂਤ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਸਿੱਖਾਂ ਨੇ ਆਪਣੀ ਜਾਨ ਗਵਾਈ। ਔਰ ਇਹ ਯਾਦਗਾਰ ਜਿਹੜੀ ਬਣਾਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਹੈ। ਮਨਜਿੰਦਰ ਸਿੰਘ ਸਿਰਸਾ ਜੀ ਨੇ। ਸਿਰਸਾ ਜੀ, ਇਸ ਨੂੰ ਲੈ ਕੇ ਵੀ ਕਿਉਂਕਿ ਸਰਕਾਰ ਨੇ ਇਸ ਦੀ ਵੀ ਪਰਮਿਸ਼ਨ ਨਹੀਂ ਦਿੱਤੀ 1984 ਦਾ, ਤਾਂ ਕਿ ਵਿਦੇਸ਼ਾਂ ਤੱਕ ਲੋਕਾਂ ਤੱਕ ਨਾ ਪਹੁੰਚ ਸਕੇ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿੰਮਤ ਦਿਖਾਈ ਔਰ ਆਪਣੇ ਜਿਹੜੇ ਆ ਉਹ ਲੋਕਾਂ ਤੱਕ ਇਹ ਆਵਾਜ਼ ਪਹੁੰਚਾਈ ਆ। ਦੇਖੋ, ਅਸੀਂ ਇਹ ਪਹਿਲਾਂ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬੀ ਬਾਗ, ਜਿੱਥੇ ਮੈਂ ਕਾਉਂਸਲਰ ਸੀਗਾ। ਤੈਅ ਹੋ ਗਿਆ, ਵਕਤ ਤੈਅ ਹੋ ਗਿਆ, ਪਰਮਿਸ਼ਨਾਂ ਲੈ ਲਈਆਂ ਗਈਆਂ। ਔਰ ਜਦੋਂ ਨੀਂਹ ਪੱਥਰ ਰੱਖਣਾ ਸੀ ਉਸ ਵੇਲੇ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਸੀ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਔਰ ਸ਼ੀਲਾ ਦੀਕਸ਼ਿਤ ਨੇ, ਜਿਹੜੀ ਕਿ ਸਵਰਗਵਾਸੀ, ਮੈਂ ਨਾਮ ਨਹੀਂ ਲੈਣਾ ਚਾਹੀਦਾ, ਉਹ ਇਸ ਵੇਲੇ ਦੁਨੀਆ 'ਚ ਨਹੀਂ ਰਹੇ, ਉਹਨਾਂ ਨੇ ਇਸ ਨੂੰ ਰੁਕਵਾਇਆ। ਫਿਰ ਅਸੀਂ ਇਹ ਤੈਅ ਕਰ ਲਿਆ ਸੀ ਕਿ ਜਦੋਂ ਸਾਨੂੰ ਕਮੇਟੀ 'ਚ ਮੌਕਾ ਮਿਲੂਗਾ ਅਸੀਂ ਆਪਣੀ ਜਗ੍ਹਾ 'ਤੇ ਬਣਾਵਾਂਗੇ। ਗੁਰੂ ਸਾਹਿਬ ਨੇ ਰਹਿਮਤ ਕੀਤੀ, ਸਾਨੂੰ ਸੇਵਾ ਦਾ ਮੌਕਾ ਮਿਲਿਆ। ਜਦੋਂ ਅਸੀਂ ਇਹਦਾ ਨੀਂਹ ਪੱਥਰ ਰੱਖਣ ਜਾ ਰਹੇ ਸੀ, ਉਦੋਂ ਹੀ ਪਤਾ ਲੱਗਾ ਕਿ ਪਰਮਜੀਤ ਸਿੰਘ ਸਰਨਾ ਹਾਈ ਕੋਰਟ ਚਲੇ ਗਏ। ਉਹਨਾਂ ਹਾਈ ਕੋਰਟ ਜਾ ਕੇ ਰਿਟ ਵੀ ਪਾਤੀ ਕਿ ਮੈਮੋਰੀਅਲ ਨਹੀਂ ਬਣਨਾ ਚਾਹੀਦਾ। ਤੁਸੀਂ ਦੇਖੋ ਕਿ ਖੂਨ ਕਿੰਨਾ ਕਈ ਵਾਰ ਬੰਦੇ ਦਾ ਸਫੇਦ ਹੋ ਜਾਂਦਾ, ਕਿੰਨਾ ਖੂਨ ਸਫੇਦ ਹੋ ਜਾਂਦਾ ਹੈ ਕਿ ਆਪਣਿਆਂ ਦਾ ਕਤਲ ਦੀ, ਆਪਣਿਆਂ ਦੇ ਹੋਏ ਕਤਲੇਆਮ ਦੀ ਚਿੰਤਾ ਛੱਡ ਕੇ ਸਰਕਾਰ ਦੀ ਚਿੰਤਾ ਪੈ ਗਈ। ਔਰ ਕੋਰਟ 'ਚ ਆਪਣਾ ਸਿੱਖ ਜਾ ਕੇ ਇਹ ਕਵੇ ਕਿ ਉੱਥੇ ਮੈਮੋਰੀਅਲ ਨਹੀਂ ਬਣਨਾ ਚਾਹੀਦਾ। ਇੱਥੋਂ ਸਮਝ ਆਉਂਦਾ ਸੀ ਕਿ ਸਾਡੇ ਸਿੱਖਾਂ ਨੂੰ ਕਿਸ ਤਰ੍ਹਾਂ ਉਹਨਾਂ ਟੁਕੜੇ ਪਾ ਕੇ ਖਰੀਦ ਲਿਆ ਸੀਗਾ। ਅੱਜ ਜਦੋਂ ਅਸੀਂ ਕਿਸੇ ਨੂੰ ਉਮਰ ਕੈਦ, ਕਿਸੇ ਨੂੰ ਸਜ਼ਾਏ ਮੌਤ ਔਰ ਸੱਜਣ ਕੁਮਾਰ ਨੂੰ ਜੇਲ੍ਹ ਛੱਡਣ 'ਚ ਕਾਮਯਾਬ ਹੋਏ ਹਾਂ, ਤੇ ਯਕੀਨੀ ਤੌਰ ਤੇ ਮਲਮ ਲੱਗੀ, ਭਾਵੇਂ ਥੋੜੀ ਲੱਗੀ। ਇੱਕ ਆਖਰੀ ਸਵਾਲ ਸਿਰਸਾ ਜੀ, ਉਹ ਪਰਿਵਾਰਾਂ ਨੂੰ ਅਸੀਂ ਮਿਲੇ ਹਾਂ, ਉਹਨਾਂ ਦਾ ਦਰਦ ਅਸੀਂ ਸੁਣਿਆ। ਕਦੇ ਉਹ ਨੌਕਰੀਆਂ ਨੂੰ ਲੈ ਕੇ ਪਰੇਸ਼ਾਨ ਨੇ, ਕਦੇ ਉਹ ਸਰਕਾਰਾਂ ਬਿਜਲੀ ਪਾਣੀ ਦੇ ਬਿੱਲ ਲਗਾ ਦਿੰਦੀਆਂ ਨੇ, ਕਦੇ ਉਹਨਾਂ ਦੇ ਮੁਆਵਜ਼ੇ ਜਿਹੜੇ ਰੋਕ ਲੈਂਦੇ ਨੇ। ਉਹ ਤੁਹਾਨੂੰ ਸੁਣ ਰਹੇ ਨੇ, ਤੁਹਾਡੇ ਤੋਂ ਹੀ ਉਹਨਾਂ ਨੂੰ ਉਮੀਦ ਆ। ਦੇਖੋ, ਇਹ ਵਿਸ਼ੇ ਅਸੀਂ ਵਿਧਾਨ ਸਭਾ 'ਚ ਬੜੀ ਵਾਰ ਚੁੱਕੇ ਨੇ। ਮਾਫ਼ ਕਰਨਾ, ਦੇਖੋ ਜਿੱਥੋਂ ਤਾਈਂ ਤੇ ਸਾਡੀ ਆਪਣੀ ਸਰਕਾਰ, ਅਸੀਂ ਲੜੀਏ ਝਗੜੀਏ ਕੁਛ ਵੀ ਕਰੀਏ, ਪਰ ਅਸੀਂ ਲੈ ਪੈਂਦੇ ਹਾਂ। ਅਸੀਂ ਆਪਣੀਆਂ ਮੰਗਾਂ ਨੂੰ ਮਨਾਉਣ 'ਚ ਕਾਮਯਾਬ ਹੋਏ ਹਾਂ। ਲੇਕਿਨ ਦਿੱਲੀ ਅੰਦਰ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਆ। ਪੁਰਾਣੀ ਸਰਕਾਰ ਜਿਹੜੀ ਸੀ ਉਸਨੇ ਫੈਸਲਾ ਕੀਤਾ ਸੀ, ਇਹ ਬਕਾਇਦਾ ਕੈਬਨਿਟ ਨੇ ਨੋਟ ਪਾਸ ਕੀਤਾ ਸੀ ਕਿ 1984 ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਨੌਕਰੀਆਂ ਦੀ ਰਿਜ਼ਰਵੇਸ਼ਨ ਹੋਊਗੀ, ਨੌਕਰੀ ਦਿੱਤੀ ਜਾਊਗੀ, ਇੱਕ ਨੌਕਰੀ। ਲੇਕਿਨ ਮੈਨੂੰ ਹੈਰਾਨਗੀ ਅਰਵਿੰਦ ਕੇਜਰੀਵਾਲ ਨੂੰ ਪ੍ਰੋਬਲਮ ਕਿਉਂ ਹੋ ਰਹੀ ਨੌਕਰੀ ਦੇਣ ਅੰਦਰ? ਦੇਣੀ ਚਾਹੀਦੀ ਆ ਉਹਨੂੰ। ਮੈਂ ਬਾਰ-ਬਾਰ ਵਿਧਾਨ ਸਭਾ 'ਚ ਵੀ ਇਸ਼ੂ ਰੇਜ਼ ਕੀਤਾ। ਫਿਰ ਅਸੀਂ ਹਾਈ ਕੋਰਟ 'ਚ ਰਿਟ ਫਾਈਲ ਕੀਤੀ ਆ। ਇਸੇ ਤਰ੍ਹਾਂ ਬਿਜਲੀ ਪਾਣੀ ਵਾਸਤੇ ਅਸੀਂ ਹਾਈ ਕੋਰਟ 'ਚ ਰਿਟ ਲੈ ਕੇ ਗਏ ਹਾਂ। ਸਾਨੂੰ ਕੋਰਟਾਂ ਤੋਂ ਜਾ ਕੇ ਕੰਮ ਕਰਵਾਉਣੇ ਪੈ ਰਹੇ ਨੇ। ਸਰਕਾਰ ਦਾ ਫਰਜ਼ ਬਣਦਾ ਆਪਣੇ ਚੁਣੇ ਲੋਕਾਂ ਦੀ ਗੱਲ ਸੁਣੇ, ਨਾ ਕਿ ਸਾਨੂੰ ਕੋਰਟਾਂ 'ਚ ਖੱਜਲ ਖਰਾਬ ਹੋਣਾ ਪਵੇ। ਨਵੰਬਰ ਮਹੀਨਾ ਹੀ ਸ਼ੁਰੂ ਹੁੰਦਿਆਂ ਇਹਨਾਂ ਪਰਿਵਾਰਾਂ ਦੇ ਜ਼ਖਮ ਇੱਕ ਵਾਰ ਫਿਰ ਤੋਂ ਜਿਹੜੇ ਨੇ ਉਹ ਹਰੇ ਹੋ ਜਾਂਦੇ ਨੇ, ਅੱਖਾਂ ਜਿਹੜੀਆਂ ਨੇ ਨਮ ਹੋ ਜਾਂਦੀਆਂ ਨੇ। ਲੰਬਾ ਸਮਾਂ ਇਹਨਾਂ ਨੂੰ ਸੰਘਰਸ਼ ਕਰਦਿਆਂ ਹੋ ਚੁੱਕਿਆ ਹੈ। ਇੰਤਜ਼ਾਰ ਇਸੇ ਗੱਲ ਦਾ ਹੈ ਕਿ ਕਦੋਂ ਉਹਨਾਂ ਕਾਤਲਾਂ ਨੂੰ ਜਿਹੜੀਆਂ ਸਜ਼ਾਵਾਂ ਮਿਲਣਗੀਆਂ ਜਿਨ੍ਹਾਂ ਨੇ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ। ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ।
ਧੰਨਵਾਦ।